परम सत्कारयोग सतगुरां दी साजी और नवाजी हुई साध संगत जीओ, आप माई भाई काफ़ी समय तो गुरमुख प्यारिਆਂ ਦੇ ਪਾਸੋਂ ਰੱਬੀ ਗੁਰਬਾਣੀ ਦੇ ਜਾਪ ਸਰਵਣ ਕਰਦੇ ਆ ਰਹੇ ਸੀ। आओ ਅੱਧਾ ਘੰਟਾ गुरु चरणों दे विच हाजरियां भरन दा यतन करिए। जो गुरबाणी दियां विचारां लड़ीवार निरंतर चलदियां आ रही ने। की कहते ने चौथे पातशाह गुरु रामदास महाराज जी, आओ करो जरा सब सरबण सारे। एक ओंकार सतगुरु प्रसाद, राग आसा कर दूजा महला चौथा। वाहिगुरु केवल एक है, सच्चे गुरु की दया द्वारा वो प्राप्त होता है। किसी धड़ा क्या मित्र सुत नाल भाई, किसी धड़ा क्या कुड़म सके नाल जवाई। महाराज जी कहते कई दोस्तां अते पुत्रां अते अपने भरावां नाल पार्टी बुलाउंदे आ। कई अपने कुड़मा अते असली जवाई नाल पार्टी बनाउंदे हन। किसी धड़ा क्या सिकदारा चौधरी नाल अपने सुआई। हमरा धड़ा हर रहा समाई। चौथे पातशाह गुरु रामदास महाराज जी फरमान करते हैं, कहते कई सवै मनोरथ लई अपने सरदारां ते बीचां नाल पार्टी बनाउंदे हन। मेरा पक्षी वाहिगुरु है जो हर थां व्यापक है। हम हर हर स्यों तड़ा किया मेरी हर टेका। मैं हर बिन पख तड़ा अवर न कोई। चौथे पातशाह गुरु रामदास महाराज जी कहते मैं वाहिगुरु नाल पार्टी बनाई है। वाहिगुरु ही मेरी ओट आ। वाहिगुरु ही मेरी ओट है। पार्टियां सुनते ने आप कहता जी असी फलानी पार्टी के बंदे हैं जी, असी फलानी पार्टी के बंदे हैं जी, असी वो पार्टी के बंदे हैं। कदे कहा किसी ने भी असी गुरु की पार्टी के बंदे हैं, भी असी गुरु की पार्टी के बंदे हैं। जिदे गुरु की पार्टी दे विच शामिल हो गए ना, उद्दी सारे मसले हल होने शुरू हो जाने ने। आखो सतनाम। है तो पौरा परा भजे फिरदे अपने जिहड़े मसले उलझे हुए ने हल कराने वास्ते। जिदे गुरु की पार्टी दे विच शामिल हो गए बस समझ लो उदे कम फतेह हो जाना। देग तेग फतेह। कलगीधर पातशाह गुरु गोबिंद सिंह महाराज जी नूं पुछया किसी ने, कहंदे सच्चे पातशाह खालसा तुहाडा, ये जिहड़ा खालसा है ये तुहाडा है? महाराज जी कहंदे ना भाई मेरा नहीं खालसा। होर महाराज जी किहदा? महाराज जी कहंदे वाहिगुरु जी का खालसा, वाहिगुरु जी की फतेह। खालसा भी वाहिगुरु दा है ते फतेह भी वाहिगुरु दी है। आखो सतनाम। वाहिगुरु अकाल पुरख वाहिगुरु समर्थ है, वो सारियां दी देखभाल करदा। वो सबना जियां का एक दाता, सो मैं बिसर ना जाए। कहते उन्होंने भुलीए ना, उन्होंने विसारीए ना, उन्होंने सदा ही चेते रखिए।
ਜਦੋਂ ਗੁਰੂ ਨੂੰ ਭੁੱਲਦੇ ਆ ਨਾ, ਉਦੋਂ ਹੀ ਗੁਰਮੁਖ ਪਿਆਰਿਓ ਅਸੀਂ ਦੁੱਖਾਂ ਦੇ ਵਿੱਚ ਆ ਜਾਂਦੇ ਹਾਂ, ਦੁੱਖ ਸਹਾਰਦੇ ਹਾਂ। ਕੀ ਕਹਿੰਦੇ ਨੇ ਮਹਾਰਾਜ ਜੀ, ਮੈਂ ਹਰ ਬਿਨ ਖਪਤੜਾ ਆਵਰ ਨ ਕੋਈ, ਹਉ ਹਰ ਗੁਣ ਗਾਵਾ ਸੰਖ ਅਨੇਕ ਰਹਾਓ। ਵਾਹਿਗੁਰੂ ਦੇ ਬਗੈਰ ਮੇਰਾ ਹੋਰ ਕੋਈ ਸਾਂਝਾ ਮੁਹਾਜ ਜਾਂ ਹਮ ਖਿਆਲ ਜਥਾ ਨਹੀਂ। ਮੈਂ ਹਰੀ ਦੇ ਅਣਗਿਣਤ ਅਤੇ ਬਹੁਤੇ ਜਸ ਗਾਇਨ ਕਰਦਾ ਹਾਂ। ਜਿਨ ਸਿਉ ਧੜੇ ਕਰੇ ਸੇ ਜਾਹੇ, ਝੂਠੇ ਧੜੇ ਕਰ ਪਛਤਾਹੇ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨਾਲ ਪਾਰਟੀ ਬਣਾਈ ਜਾਂਦਾ ਹੈ ਉਹ ਮਰ ਜਾਂਦੇ ਹਨ। ਝੂਠੀਆਂ ਪਾਰਟੀਆਂ ਬਣਾ ਕੇ ਬੰਦੇ ਨੂੰ ਅੰਤ ਨੂੰ ਅਫਸੋਸ ਕਰਨਾ ਪੈਂਦਾ ਆ। ਆਖੋ ਸਤਿਨਾਮ। ਥਿਰ ਨਾ ਰਹਿ ਮਨ ਖੋਟ ਕਮਾਵਹੀ, ਹਮ ਹਰ ਸਿਉ ਧੜਾ ਕੀਆ ਜਿਸ ਕਾ ਸਮਰਥ ਨਾਹੀ। ਜੋ ਆਦਮੀ ਝੂਠ ਦੀ ਕਮਾਈ ਕਰਦੇ ਹਨ, ਮਹਾਰਾਜ ਜੀ ਕਹਿੰਦੇ ਉਹ ਸਥਰ ਨਹੀਂ ਰਹਿੰਦੇ, ਉਹ ਸਦਾ ਵਾਸਤੇ ਨਹੀਂ ਰਹਿੰਦੇ। ਵਾਹਿਗੁਰੂ ਨਾਲ ਪਾਰਟੀ ਬਣਾਈ ਹੈ ਜਿਸ ਨਾਲੋਂ ਬਥੇਰੇ ਹੋਰ ਕੋਈ ਬਲਵਾਨ ਨਹੀਂ। ਹੁਣ ਵਾਹਿਗੁਰੂ ਪਰਮੇਸ਼ਰ ਨਾਲੋਂ ਬਲਵਾਨ ਹੈ ਕੋਈ? ਹਰੇਕ ਬੰਦਾ ਦੇਖਦਾ ਵੀ ਉਹ ਫਲਾਣਾ ਪਾਰਟੀ ਜਿਹੜੀ ਉਹ ਬੜੀ ਤਕੜੀ, ਉਹਦੇ ਨਾਲ ਅਟੈਚਮੈਂਟ ਹੁੰਦੇ ਆ। ਫਲਾਣੀ ਪਾਰਟੀ ਬੜੀ ਤਕੜੀ ਆ, ਉਹਦੇ ਨਾਲ ਅਟੈਚਮੈਂਟ ਹੁੰਦੇ ਆ। ਇਹ ਕਦੇ ਨਹੀਂ ਕਿਸੇ ਨੇ ਸੋਚਿਆ ਜਿਹੜੀ ਵਾਹਿਗੁਰੂ ਪਰਮੇਸ਼ਰ ਵਾਲੀ ਪਾਰਟੀ ਹੈ ਨਾ, ਵੀ ਉਹਦੇ ਨਾਲ ਜੁੜੀਏ। ਉਹ ਸੁਪਰੀਮ ਪਾਵਰ ਆ, ਇਦੋਂ ਵੱਡੀ ਪਾਰਟੀ ਨਹੀਂ ਕੋਈ ਹੈ। ਉਹ ਕਿਹੜੀ ਆ? ਉਹ ਪਾਰਟੀ ਹੈ ਸਤ ਸੰਗਤ ਦੀ। ਆਖੋ ਸਤਿਨਾਮ। ਸਤ ਸੰਗਤ ਦੇ ਨਾਲੋਂ ਵੱਡਾ ਨਹੀਂ ਕੋਈ ਹੈ। ਸਤ ਸੰਗਤ ਦੇ ਨਾਲੋਂ ਵੱਡਾ ਨਹੀਂ ਕੋਈ ਹੈ। ਸਤ ਸੰਗਤ ਕਿਹਨੂੰ ਆਖਿਆ? ਸਤ ਸੰਗਤ ਕਿਹਨੂੰ ਆਖਿਆ? ਮਹਾਰਾਜ ਜੀ ਕਹਿੰਦੇ ਸਤਿਗੁਰ ਵਾਜੋ ਸੰਗਤ ਨਾ ਹੋਵਈ। ਜੇ ਸਤਿਗੁਰੂ ਦੀ ਗੱਲ ਚੱਲ ਰਹੀ ਆ, ਸਤਿਗੁਰੂ ਵਿੱਚ ਹਨ, ਤਾਂ ਗੁਰਮੁਖ ਪਿਆਰੇ ਉਹਨੂੰ ਸਤ ਸੰਗਤ ਕਹਿੰਦੇ ਨੇ। ਜਿੱਥੇ ਗੁਰੂ ਨਹੀਂ ਹੈ, ਗੁਰੂ ਦੀ ਗੱਲ ਨਹੀਂ ਹੈ, ਉਹਨੂੰ ਕਦੇ ਵੀ ਸਤ ਸੰਗਤ ਨਹੀਂ ਕਹਿੰਦੇ। ਉਹਨੂੰ ਕਦੇ ਵੀ ਸਤ ਸੰਗਤ ਨਹੀਂ ਕਹਿੰਦੇ। ਕੱਲ ਮੈਂ ਫੇਸਬੁੱਕ ਦੇ ਉੱਪਰ ਦੇਖਿਆ, ਕਈ ਜਣੇ ਬੈਠੇ ਨੇ, ਕਾਫੀ ਜਣੇ, ਜੁੱਤੀਆਂ ਉਹਨਾਂ ਦੇ ਪਾਈਆਂ ਹੋਈਆਂ ਨੇ ਔਰ ਸਿਰ ਤੋਂ ਰੋਡੇ ਨੇ। ਉਹਨਾਂ ਨੇ ਫੋਟੋ ਦੇ ਥੱਲੇ ਲਿਖਿਆ ਹੋਇਆ, ਨਾਲੇ ਤਾਂ ਨੰਬਰ ਪਾਇਆ ਹੋਇਆ ਸੀ। ਕਹਿੰਦੇ ਜੀ ਸਤ ਸੰਗਤ ਦੇ ਵਿੱਚ ਬੈਠੇ ਸਾਰੇ ਅਹੁਦੇਦਾਰ, ਸਤ ਸੰਗਤ। ਮੈਂ ਉਹਨਾਂ ਨੂੰ ਫੋਨ ਲਾ ਕੇ ਗੱਲ ਕਰੀ, ਮੈਂ ਵੀ ਇਹ ਕਾਹਦੀ ਸਤ ਸੰਗਤ ਹੋ ਰਹੀ ਹੈ, ਕੀ ਕਰ ਰਹੇ ਹੋ ਤੁਸੀਂ? ਕਹਿੰਦੇ ਜੀ ਵਿਚਾਰ ਵਟਾਂਦਰਾ ਜਿਹਾ ਕਰ ਰਹੇ ਹਾਂ, ਬਸ ਕਿਸਾਨ ਯੂਨੀਅਨ ਦੇ ਬਾਰੇ ਜਾਂ ਕੋਈ ਹੋਰ ਗੱਲਾਂ ਬਾਤਾਂ ਇਦਾਂ ਦੀਆਂ। ਮੈਂ ਕਿਹਾ ਵੀ ਜੋ ਤੁਸੀਂ ਲਿਖਿਆ, ਇਹ ਜਿਹੜਾ ਥੱਲੇ ਲਿਖਿਆ ਨੇ ਵੀ ਇਹ ਗਲਤ ਲਿਖਿਆ, ਇਹ ਸਤ ਸੰਗਤ ਨਹੀਂ ਕਹਿ ਸਕਦੇ ਆਪਾਂ ਇਹਨੂੰ ਕਹਿ ਸਕਦਾ ਵੀ ਭਾਈ ਮੀਟਿੰਗ ਹੈ, ਵਿਚਾਰਾਂ ਕਰਨੇ ਆ ਰਲ ਮਿਲ ਕੇ ਸਾਰੇ। ਸਤ ਸੰਗਤ ਦੇ ਵਿੱਚ ਜਦੋਂ ਆਪਾਂ ਬੈਠੇ ਆ ਤਾਂ ਕਿਸੇ ਦੇ ਜੁੱਤੀ ਨਹੀਂ ਪਾਈ ਹੁੰਦੀ। ਸਤ ਸੰਗਤ ਦੇ ਵਿੱਚ ਬੈਠੇ ਆ, ਕਿਸੇ ਦਾ ਸਿਰ ਨੰਗਾ ਨਹੀਂ ਹੁੰਦਾ। ਸਤ ਸੰਗਤ ਦੇ ਵਿੱਚ ਬੈਠੇ ਆ ਤਾਂ ਗੁਰੂ ਦੀਆਂ ਗੱਲਾਂ ਹੀ ਚੱਲਦੀਆਂ ਹੁੰਦੀਆਂ ਨੇ, ਹੋਰ ਨਹੀਂ ਗੱਲਾਂ ਚੱਲਦੀਆਂ। ਆਖੋ ਸਤਿਨਾਮ।
ਅਖੀਰ ਨੂੰ ਕਹਿੰਦਾ ਜੀ ਗਲਤੀ ਹੋ ਗਈ, ਅੱਗੇ ਵਾਸਤੇ ਖਿਆਲ ਰੱਖਾਂਗੇ। ਇਸ ਕਰਕੇ ਕਈਆਂ ਨੂੰ ਵਿਚਾਰਿਆਂ ਨੂੰ ਗਿਆਨ ਨਹੀਂ ਹੁੰਦਾ ਗੱਲਾਂ ਦਾ। ਗਿਆਨ ਕਿਵੇਂ ਹੋਊਗਾ? ਆ ਜੋ ਵਿਚਾਰਾਂ ਗੁਰੂ ਦੀਆਂ ਚੱਲ ਰਹੀਆਂ ਨੇ, ਗੁਰਬਾਣੀ ਦੀਆਂ ਵਿਚਾਰਾਂ ਚੱਲ ਰਹੀਆਂ ਨੇ, ਇਹਨਾਂ ਨੂੰ ਸੁਣਾਂਗੇ। ਅੱਜ ਸਾਨੂੰ ਗਿਆਨ ਕਿਉਂ ਨਹੀਂ ਹੋ ਰਿਹਾ? ਸਾਡੇ ਨੌਜਵਾਨਾਂ ਵੀਰਾਂ ਨੂੰ ਜਦੋਂ ਗਿਆਨ ਲੈਣਾ ਹੈ ਉਦੋਂ ਦਾ ਅਸੀਂ ਸੁੱਤੇ ਪਏ ਹਾਂ। ਜਦੋਂ ਗਿਆਨ ਲੈਣਾ ਉਦੋਂ ਸੁੱਤੇ ਪਏ ਹਾਂ। ਮੰਨ ਲਓ ਜਦੋਂ ਲੰਗਰ ਚੱਲ ਰਿਹਾ, ਪ੍ਰਸਾਦਾ ਚੱਲ ਰਿਹਾ, ਜਿਹੜਾ ਸਕੂਗਾ ਪ੍ਰਸਾਦਾ ਕਿ ਉਹੀ ਰੱਜੂਗਾ ਨਾ। ਜਿਹੜਾ ਲੰਗਰ ਦੇ ਵਿੱਚ ਆ ਕੇ ਪ੍ਰਸਾਦਾ ਸਕੇ ਨਹੀਂ ਤਾਂ ਫਿਰ ਭੁੱਖਾ ਹੀ ਰਹੂਗਾ। ਇਸ ਕਰਕੇ ਅਸੀਂ ਗਿਆਨ ਵੱਲੋਂ ਸਾਡੀਆਂ ਆਤਮਾ ਨੇ ਨਾ ਜਿਹੜੀਆਂ ਭੁੱਖੀਆਂ ਫਿਰਦੀਆਂ ਨੇ, ਇਹਨਾਂ ਨੂੰ ਰਜਾਉਣ ਦਾ ਯਤਨ ਨਹੀਂ ਕੀਤਾ। ਜਦੋਂ ਲੰਗਰ ਚੱਲਦਾ ਉਦੋਂ ਪ੍ਰਸਾਦਾ ਸਕੋ, ਫੇਰ ਹੀ ਗੱਲ ਬਣੇਗੀ ਨਾ। ਨਹੀਂ ਤਾਂ ਪ੍ਰਬੰਧਕ ਵੀ ਕਹਿਣਗੇ ਭਾਈ ਜਦੋਂ ਲੰਗਰ ਚੱਲਦਾ, ਜਦੋਂ ਤੂੰ ਆਇਆ ਨਹੀਂ ਹੈ ਤੇ ਜਦੋਂ ਸਮਾਪਤੀ ਹੋ ਗਈ ਫਿਰ ਤੂੰ ਆ ਗਿਆ, ਹੁਣ ਫਾਇਦਾ ਕੀ ਆ? ਇਸੇ ਤਰ੍ਹਾਂ ਆ ਗੁਰਬਾਣੀ ਦਾ ਸਾਡੀਆਂ ਰੂਹਾਂ ਦਾ ਲੰਗਰ ਚੱਲ ਰਿਹਾ। ਆਪਣੀਆਂ ਰੂਹਾਂ ਨੂੰ, ਆਪਣੀਆਂ ਆਤਮਾ ਨੂੰ ਆ ਨਾਮ ਬਾਣੀ ਦਾ ਲੰਗਰ ਛਕਾਓ, ਤਾਂ ਬਲਵਾਨ ਹੋਣਗੀਆਂ, ਤਾਂ ਚੜ੍ਹਦੀ ਕਲਾ ਵਿੱਚ ਜਾਣਗੀਆਂ, ਤਾਂ ਗਿਆਨ ਪ੍ਰਗਟ ਹੋਵੇਗਾ ਅੰਦਰ। ਨਹੀਂ ਗਿਆਨ ਨਹੀਂ ਮਿਲਣਾ ਹੈ। ਮਹਾਰਾਜ ਜੀ ਕਹਿੰਦੇ ਗੱਲੀ ਗਿਆਨ ਨਾ ਹੋਵੇ। ਗੱਲਾਂ ਵਾਲੇ ਤਾਂ ਬੜੇ ਮਿਲ ਜਾਣਗੇ, ਪਰ ਗੁਰਮੁਖ ਪਿਆਰਿਓ ਗੱਲਾਂ ਦੇ ਨਾਲ ਗਿਆਨ ਨਹੀਂ ਨਾ ਬਣਨਾ ਇਕੱਲਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਨਾਲ ਪਾਰਟੀ ਬਣਾਈ ਹੈ, ਜਿਸ ਨਾਲੋਂ ਬਥੇਰਾ ਹੋਰ ਕੋਈ ਬਲਵਾਨ ਨਹੀਂ। ਇਦੋਂ ਵੱਡਾ ਗੁਰੂ ਦੀ ਪਾਰਟੀ ਨਾਲੋਂ, ਸਤ ਸੰਗਤ ਦੇ ਨਾਲੋਂ ਹੋਰ ਨਹੀਂ ਕੋਈ ਵੱਡਾ ਹੈ। ਇਹ ਸਭ ਧੜੇ ਮਾਇਆ ਮੋਹ ਪਸਾਰੀ, ਮਾਇਆ ਕੋ ਲੁਜੇ ਗਵਾਰੀ। ਮਹਾਰਾਜ ਜੀ ਕਹਿੰਦੇ ਜਿਹੜੇ ਆ ਧੜੇ ਬਣਾਏ ਹੋਏ ਨੇ, ਪਾਰਟੀਆਂ ਬਣਾਈਆਂ ਹੋਈਆਂ ਨੇ ਨਾ, ਕਹਿੰਦੇ ਇਹ ਸਾਰੀਆਂ ਪਾਰਟੀਆਂ ਸੰਸਾਰੀ ਪਦਾਰਥਾਂ ਦੇ ਪਿਆਰ ਦੇ ਖਿਲਾਰੇ ਲਈ ਹਨ। ਜਿਹੜੇ ਬੰਦੇ ਉਹਨਾਂ ਦੁਨਿਆਵੀ ਪਾਰਟੀਆਂ ਨਾਲ ਜੁੜਦੇ ਨੇ, ਇਹਨਾਂ ਦੇ ਕੋਈ ਨਾ ਕੋਈ ਲਾਲਚ ਨੇ ਨਾ। ਇਹ ਸਾਰੀਆਂ ਪਾਰਟੀਆਂ ਸੰਸਾਰੀ ਪਦਾਰਥਾਂ ਦੇ ਪਿਆਰ ਦਾ ਖਿਲਾਰਾ ਹਨ। ਮਹਾਰਾਜ ਜੀ ਕਹਿੰਦੇ ਮੂਰਖ ਧਨ ਦੌਲਤ ਦੇ ਲਈ ਲੜਦੇ ਤੇ ਝਗੜਦੇ ਹਨ। ਆਖੋ ਸਤਿਨਾਮ। ਲੜਦੇ ਤੇ ਝਗੜਦੇ ਹਨ ਧਨ ਦੌਲਤ ਲਈ। ਜਨਮ ਮਰੇ ਜੂਐ ਬਾਜੀ ਹਾਰੀ, ਹਮਰਾ ਧੜਾ ਜੇ ਹਲਤ ਪਲਤ ਸਭ ਸਵਾਰੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਜੰਮਣ ਮਰਨ ਦੇ ਅਧੀਨ ਹਨ ਅਤੇ ਜੂਏ ਵਿੱਚ ਆਪਣੀ ਜੀਵਨ ਖੇਡ ਹਾਰ ਦਿੰਦੇ ਨੇ। ਆਪਣੀ ਜੀਵਨ ਖੇਡ ਜੋ ਮਿਲੀ ਹੈ ਇਹ ਸਾਰੀ ਹਾਰ ਦਿੰਦੇ ਹਨ। ਪ੍ਰਭੂ ਮੇਰੀ ਪਾਲਟੀ ਦਾ ਹੈ ਜੋ ਸਾਰੇ ਮੇਰੇ ਇਸ ਲੋਕ ਤੇ ਪ੍ਰਲੋਕ ਨੂੰ ਚਾਰ ਚੰਨ ਲਾਉਂਦਾ ਹੈ। ਆਖੋ ਸਤਿਨਾਮ। ਵਾਹਿਗੁਰੂ ਪਰਮੇਸ਼ਰ ਆਲੋਕ ਤੇ ਪ੍ਰਲੋਕ ਨੂੰ ਚਾਰ ਚੰਨ ਲਾਉਂਦਾ। ਕਲ ਯੁਗ ਮੈਂ ਧੜਾ ਪੰਜ ਚੋਰ ਝਗੜਾਈ, ਕਾਮ ਕ੍ਰੋਧ ਲੋਭ ਮੋਹ ਅਵਮਾਨ ਵਧਾਈ। ਮਹਾਰਾਜ ਜੀ ਕਹਿੰਦੇ ਕਲਯੁਗ ਦੇ ਸਮੇਂ ਅੰਦਰ ਪਾਰਟੀਆਂ ਅਤੇ ਫਸਾਦ ਪੰਜ ਤਸਕਰ ਖੜੇ ਕਰਦੇ ਨੇ। ਜਿਹੜੇ ਪੰਜ ਤਸਕਰ ਨੇ ਨਾ, ਚੋਰ ਨੇ, ਇਹ ਖੜੀਆਂ ਕਰਦੇ ਨੇ। ਮਹਾਰਾਜ ਜੀ ਕਹਿੰਦੇ ਪਾਰਟੀਆਂ ਭੋਗ ਬਿਲਾਸ ਗੁੱਸਾ ਲਾਲਚ ਸੰਸਾਰੀ ਮਮਤਾ ਅਤੇ ਹੰਕਾਰ ਬਥੇਰੇ ਹੋ ਗਏ ਨੇ। ਕਹਿੰਦੇ ਭੋਗ ਬਿਲਾਸ ਗੁੱਸਾ ਲਾਲਚ ਸੰਸਾਰੀ ਮਮਤਾ ਅਤੇ ਹੰਕਾਰ ਬਹੁਤ ਵੱਧ ਗਏ ਨੇ।
ਜਿਸਨੋ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ। ਹਮਰਾ ਹਰ ਤੜਾ ਜਿਨ ਇਹ ਤੜੇ ਸਭ ਗਵਾਏ। ਕੀ ਕਹਿੰਦੇ ਨੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ? ਕਹਿੰਦੇ ਜਿਸ ਉੱਤੇ ਵਾਹਿਗੁਰੂ ਮਿਹਰਬਾਨ ਕਰਦਾ ਹੈ, ਕਿਰਪਾ ਕਰਦਾ ਹੈ, ਉਸ ਨੂੰ ਉਹ ਸਾਧ ਸੰਗਤ ਨਾਲ ਜੋੜ ਦਿੰਦਾ ਹੈ। ਆਖੋ ਸਤਨਾਮ। ਇਹ ਇੱਕ ਨਿਸ਼ਾਨੀ ਸਮਝ ਲਓ, ਇਹ ਇੱਕ ਨਿਸ਼ਾਨੀ ਆ। ਜਿਹੜਾ ਸਤ ਸੰਗਤ ਦੇ ਨਾਲ ਜੁੜ ਗਿਆ ਨਾ, ਸਤ ਸੰਗਤ ਕਰਦਾ, ਗੁਰੂ ਦੀ ਬਾਣੀ ਸੁਣਦਾ ਬਹਿ ਕੇ, ਇਹ ਸਮਝ ਲਓ ਉਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੈ। ਆਖੋ ਸਤਨਾਮ। ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਗੁਰੂ ਦੇ ਚਰਨਾਂ ਦੇ ਵਿੱਚ ਨਹੀਂ ਉਹ ਬੈਠਿਆ ਜਾਂਦਾ। ਜਿੰਨਾ ਚਿਰ ਵਾਹਿਗੁਰੂ ਦੀ ਕਿਰਪਾ ਨਹੀਂ ਹੁੰਦੀ, ਪਰਮੇਸ਼ਰ ਦੀ ਕਿਰਪਾ ਨਹੀਂ ਹੁੰਦੀ, ਉਹਨਾਂ ਚਿਰ ਸਤ ਸੰਗਤ ਦੇ ਵਿੱਚ ਨਹੀਂ ਬੈਠ ਸਕਦਾ। ਭਾਗ ਮਾੜੇ ਨੇ ਓਏ ਵਿਚਾਰੇ ਕਿਆ ਕਰੀਏ, ਜੋ ਭਾਗ ਧੁਰ ਮੰਦੇ। ਕਹਿੰਦੇ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਕਰੀਏ, ਉਹਨਾਂ ਦੇ ਭਾਗ ਐਸੇ ਨੇ, ਉਹਨਾਂ ਨੂੰ ਸਤ ਸੰਗਤ ਨਸੀਬ ਨਹੀਂ ਹੁੰਦੀ ਹੈ, ਉਹਨਾਂ ਨੂੰ ਗੁਰਬਾਣੀ ਨਸੀਬ ਨਹੀਂ ਹੁੰਦੀ ਹੈ। ਉਹਨਾਂ ਦੇ ਭਾਗ ਐਸੇ ਨੇ, ਉਹਨਾਂ ਦੀ ਲਿਖਤ ਕਰ ਐਸੀ ਆ। ਤਾਂ ਗੁਰਮੁਖ ਪਿਆਰਿਓ, ਸਤਿਗੁਰੂ ਮਹਾਰਾਜ ਜੀ ਕਹਿੰਦੇ ਆ, ਕਹਿੰਦੇ ਮੈਂ ਵਾਹਿਗੁਰੂ ਦੀ ਪਾਲਟੀ ਵਿੱਚ ਹਾਂ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਮੈਂ ਵਾਹਿਗੁਰੂ ਦੀ ਪਾਲਟੀ ਵਿੱਚ ਹਾਂ, ਜਿਸ ਨੇ ਇਹ ਸਾਰੀਆਂ ਪਾਲਟੀਆਂ ਨਾਸ ਕਰ ਦਿੱਤੀਆਂ। ਆਖੋ ਸਤਨਾਮ। ਜਿਸ ਨੇ ਵਾਹਿਗੁਰੂ ਨੇ ਸਾਰੀਆਂ ਪਾਲਟੀਆਂ ਨਾਸ ਕਰ ਦਿੱਤੀਆਂ ਤੇ ਕਰ ਦੇਣੀਆਂ ਨੇ, ਮਹਾਰਾਜ ਜੀ ਕਹਿੰਦੇ ਮੈਂ ਉਹ ਪਾਲਟੀ ਦੇ ਵਿੱਚ ਹਾਂ, ਸਤ ਸੰਗਤ ਦੇ ਵਿੱਚ। ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ, ਪਰਾਇਆ ਸਿਦਰ ਅਟਕ ਲੈ ਆਪਣਾ ਹੰਕਾਰ ਵਧਾਵੈ। ਕਹਿੰਦੇ ਜੀ ਝੂਠੇ ਸੰਸਾਰੀ ਮੋਹ ਦੁਆਰਾ ਲੋਕੀ ਬੈਠ ਕੇ ਪਾਲਟੀਆਂ ਬਣਾਉਂਦੇ ਨੇ। ਝੂਠੇ ਸੰਸਾਰੀ ਮੋਹ ਦੁਆਰਾ ਲੋਕੀ ਬੈਠ ਕੇ ਪਾਲਟੀਆਂ ਬਣਾਉਂਦੇ ਨੇ। ਉਹਨਾਂ ਹੋਰਨਾਂ ਦੀਆਂ ਕਮਜ਼ੋਰੀਆਂ ਨੂੰ ਨਿੰਦਦੇ ਹਨ ਤੇ ਆਪਣੀ ਸਵੈ ਹੰਗਤਾ ਨੂੰ ਬਥੇਰੀ ਕਰਦੇ ਨੇ। ਹੁਣ ਦੇਖਿਆ ਨਹੀਂ, ਆਪਾਂ ਦੇਖਦੇ ਹਾਂ ਲੋਕਾਂ ਦੇ ਵਿੱਚ ਜਿਹੜੀਆਂ ਪਾਲਟੀਆਂ ਬਣੀਆਂ ਹੋਈਆਂ ਨੇ, ਉਹਨਾਂ ਦੇ ਵਿੱਚ ਆਪ ਕਿੰਨਿਆਂ ਦੇ ਵਿੱਚ ਕਮਜ਼ੋਰੀਆਂ ਨੇ, ਕਿੰਨੀਆਂ ਕਮਜ਼ੋਰੀਆਂ ਨੇ, ਕਿੰਨੀਆਂ ਗਲਤੀਆਂ ਨੇ, ਪਹਾੜ ਜਿੰਨੀਆਂ ਜਿੰਨੀਆਂ ਗਲਤੀਆਂ ਨੇ, ਪਰ ਉਹ ਨਿੰਦੀ ਹੋਰ ਨੂੰ ਹੀ ਜਾਂਦੇ ਨੇ, ਹੋਰ ਦੀ ਵੀ ਨਿੰਦੇ ਕਰੀ ਜਾਂਦੇ ਨੇ। ਆਪਣੇ ਵੱਲ ਕਦੇ ਦੇਖਦੀ ਨਹੀਂ ਹਨ ਵੀ ਕੀ ਕਾਰਨ, ਕੀ ਗੱਲਬਾਤ ਆ। ਮਹਾਰਾਜ ਜੀ ਕਹਿੰਦੇ ਜੈਸਾ ਬੀਜੇ ਤੈਸਾ ਖਾਵੇ, ਜਨ ਨਾਨਕ ਹਰ ਕਾ ਤੜਾ ਧਰਮ ਸਭ ਸ੍ਰਿਟ ਜਣ ਆਵੇ। ਕਹਿੰਦੇ ਜਿਹੋ ਜਿਹਾ ਉਹ ਬੀਜਦੇ ਹਨ, ਜਿਹੋ ਜਿਹਾ ਉਹ ਬੀਜਦੇ ਹਨ, ਉਹ ਜਿਹਾ ਹੀ ਖਾਂਦੇ ਹਨ। ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਉਹ ਫਲ ਤੇਰੇ ਕਰਮਾਂ ਦਾ। ਜਿਹੋ ਜਿਹਾ ਕੋਈ ਵੀ ਬੀਜ ਬੀਜਦਾ ਨਾ, ਉਹਨੂੰ ਫਿਰ ਵੱਢਣਾ ਪੈਂਦਾ। ਆਖੋ ਸਤਨਾਮ। ਫਲ ਇੱਥੇ ਹੀ ਮਿਲ ਜਾਂਦਾ, ਅੱਗੇ ਤਾਂ ਜਦ ਜਾਵਾਂਗੇ ਪਤਾ ਲੱਗੇਗਾ ਉਦੋਂ। ਆਹ ਸੰਸਾਰ ਦੇ ਵਿੱਚ ਹੀ ਸਜ਼ਾ ਮਿਲ ਜਾਂਦੀਆਂ ਨੇ, ਇੱਥੇ ਹੀ ਮਿਲ ਜਾਂਦੀਆਂ ਨੇ। ਜਿਨ੍ਹਾਂ ਨੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰੀਆਂ ਤੇ ਕਰਾਈਆਂ ਨੇ, ਅੱਜ ਉਹਨਾਂ ਲੋਕਾਂ ਨੂੰ ਦੇਖੋ, ਅੱਗੇ ਤਾਂ ਜਿਹੜੀਆਂ ਸਜ਼ਾਵਾਂ ਮਿਲਣੀਆਂ ਨੇ ਇੱਥੇ ਵੀ ਮਿਲੀਆਂ ਨੇ। ਉਹਨਾਂ ਲੋਕਾਂ ਨੂੰ ਕੋਈ ਮੂੰਹ ਤੱਕ ਨਹੀਂ ਲਾਉਂਦਾ ਹੈ। ਇਸ ਕਰਕੇ ਜਿਹੋ ਜਿਹਾ ਬੀਜ ਬੀਜਾਂਗੇ ਨਾ, ਉਹੇ ਜਿਹੇ ਫਲ ਮਿਲੇਗਾ। ਆਹ ਸਤ ਸੰਗਤ ਵਿੱਚ ਬੈਠੇ ਆ, ਚੰਗਾ ਬੀਜ ਬੀਜ ਰਿਹਾ,
ਸਾਨੂੰ ਚੰਗਾ ਫਲ ਪ੍ਰਾਪਤ ਹੋਵੇਗਾ। ਹੁਣ ਜ਼ਮੀਨ ਆ ਸਾਡੀ, ਜੀਰੀ ਲਾਈ ਹੈ, ਪਿੱਛੇ ਆਪਣੇ ਝੋਨਾ ਲਾਇਆ, ਹੁਣ ਝੋਨੇ ਵੱਢ ਰਹੇ ਆ। ਕੋਈ ਇਹ ਤਾਂ ਨਹੀਂ ਵੀ ਆਪਾਂ ਕਣਕ ਵੱਢ ਰਹੇ ਜਾਂ ਮੱਕੀ ਵੱਢ ਰਹੇ ਆ, ਝੋਨਾ ਵੱਢ ਰਹੇ ਆ ਨਾ, ਜਿਹੋ ਜਿਹਾ ਬੀਜੇ ਉਹੀ ਵੱਢ ਰਹੇ ਆ। ਅੱਗੇ ਨੂੰ ਕਣਕ ਬੀਜਾਂਗੇ ਤੇ ਅੱਗੇ ਵਾਸਤੇ ਕਣਕ ਹੀ ਵੱਢਾਂਗੇ। ਆ ਸੰਸਾਰ ਰੂਪੀ, ਆ ਸਰੀਰ ਰੂਪੀ ਸਾਨੂੰ ਇਹ ਪੈਲੀ ਜੋ ਮਿਲੀ ਹੈ, ਇਹਦੇ ਵਿੱਚ ਬੀਜ ਬੀਜਣਾ। ਜਿਹੋ ਜਿਹਾ ਹੁਣ ਦੇਖੋ ਬੀਜਣਾ ਉਹ ਜਿਹੀ ਵੱਢ ਲਓਗੇ। ਫਿਰ ਇਹੋ ਸਰੀਰ ਹਰ ਕਾ ਖੇਤ ਹੈ। ਆ ਸਰੀਰ ਨੂੰ ਵੀ ਇੱਕ ਧਰਤੀ ਦੱਸਿਆ, ਇੱਕ ਖੇਤ ਦੱਸਿਆ। ਇਹਦੇ ਵਿੱਚ ਬੀਜ ਹੁਣ ਤੈਂ ਬੀਜਣਾ, ਵੀ ਕਿਹੋ ਜਿਹਾ ਬੀਜਣਾ, ਚੰਗਾ ਬੀਜਣਾ ਜਾਂ ਮੰਦਾ ਬੀਜਣਾ। ਜਿਹੋ ਜਿਹਾ ਬੀਜੇਗਾ ਫਿਰ ਤੂੰ ਇਹੋ ਜਿਹੇ ਵੱਢ ਲਵੇਂਗਾ। ਜੀਰੀ ਬੀਜੀ ਸੀ, ਹੁਣ ਜੀਰੀ ਵੱਢ ਰਿਹਾ। ਬੀਜ ਲਾ ਜਿਹੋ ਜਿਹਾ, ਚੰਗੇ ਕਰਮ ਕਰੇਗਾ ਚੰਗਾ ਫਲ ਮਿਲ ਜਾਏਗਾ, ਮਾੜੇ ਕਰਮ ਕਰੇਗਾ ਮਾੜਾ ਫਲ ਮਿਲੇਗਾ। ਫਿਰ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਜਿਹੋ ਜਿਹਾ ਆਪਾਂ ਬੀਜ ਬੀਜਦੇ ਆ, ਉਹੋ ਜਿਹਾ ਹੀ ਖਾਂਦੇ ਹਾਂ, ਵੱਢਦੇ ਹਾਂ। ਗੋਲੇ ਨਾਨਕ ਨੇ ਵਾਹਿਗੁਰੂ ਅਤੇ ਸੱਚਾਈ ਨਾਲ ਪਾਲਟੀ ਬਣਾਈ ਆ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਅਤੇ ਸੱਚਾਈ ਦੇ ਨਾਲ ਪਾਲਟੀ ਬਣਾਈ ਹੈ, ਜੋ ਸਾਰੇ ਸੰਸਾਰ ਨੂੰ ਜਿੱਤ ਲੈਂਦੀ ਹੈ। ਆਖੋ ਸਤਨਾਮ। ਆਸਾ ਮਹੱਲਾ ਚੌਥਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ, ਹਿਰਦੈ ਸੁਣ ਸੁਣ ਮਨ ਅੰਮ੍ਰਿਤ ਭਇਆ, ਗੁਰਬਾਣੀ ਅਲਖ ਲਖਾਇਆ। ਮਹਾਰਾਜ ਜੀ ਕਹਿੰਦੇ ਗੁਰਬਾਣੀ ਇੱਕ ਰਸ ਸੁਣਨ ਦੁਆਰਾ ਅੰਮ੍ਰਿਤਮਈ ਨਾਮ ਬੰਦੇ ਦੇ ਚਿੱਤ ਨੂੰ ਚੰਗਾ ਲੱਗਣ ਲੱਗ ਜਾਂਦਾ। ਜੇ ਗੁਰਬਾਣੀ ਨੂੰ, ਇਤਿਹਾਸ, ਆਪਣੇ ਕਥਾ ਨੂੰ, ਗੁਰੂ ਦੀ ਬਾਣੀ ਦੀ ਕਥਾ ਨੂੰ ਧਿਆਨ ਦੇ ਨਾਲ ਸੁਣੀਏ ਨਾ, ਫਿਰ ਰਸ ਆਉਣ ਲੱਗ ਜਾਂਦਾ, ਆਨੰਦ ਆਉਣ ਲੱਗ ਜਾਂਦਾ, ਸਮੇਂ ਦਾ ਨਹੀਂ ਪਤਾ ਲੱਗਦਾ ਹੈ। ਫਿਰ ਜਦੋਂ ਰਸ ਆਉਣ ਲੱਗ ਜਾਂਦਾ, ਫਿਰ ਸਮੇਂ ਦਾ ਨਹੀਂ ਪਤਾ ਲੱਗਦਾ। ਜਦੋਂ ਸਾਨੂੰ ਆਨੰਦ ਨਹੀਂ ਆਉਂਦਾ, ਰਸ ਨਹੀਂ ਆਉਂਦਾ ਨਾ, ਫਿਰ ਬੰਦਾ ਬਿੰਦੇ ਬਿੰਦੇ ਘੜੀ ਵੱਲ ਦੇਖੀ ਜਾਂਦਾ ਹੈ ਵੀ ਕਦੋਂ ਕੁ ਸਮਾਪਤੀ ਹੋਵੇਗੀ, ਕਦੋਂ ਕੁ ਦੇਗ ਵਰਤੇਗੀ, ਚੱਲੀਏ ਫਟਾਫਟ, ਉਧਰੋਂ ਧਿਆਨ। ਜਦੋਂ ਗੁਰਮੁਖ ਪਿਆਰਿਓ ਰਸ ਆਉਣ ਲੱਗ ਜਾਂਦਾ, ਆਨੰਦ ਆਉਣ ਲੱਗ ਜਾਂਦਾ, ਸਵਾਦ ਆਉਣ ਲੱਗ ਜਾਂਦਾ, ਫਿਰ ਐਂ ਮਨ ਚ ਹੁੰਦਾ ਵੀ ਹੈ ਆ ਸਮਾਪਤੀ ਵੀ ਹੋ ਗਈ ਏਡੀ ਛੇਤੀ, ਐਂ ਫਰਕ ਪੈਂਦਾ। ਤਾਂ ਗੁਰਮੁਖ ਪਿਆਰਿਓ ਮਹਾਰਾਜ ਜੀ ਕਹਿੰਦੇ ਗੁਰਬਾਣੀ ਇੱਕ ਰਸ ਸੁਣਨ ਦੁਆਰਾ ਅੰਮ੍ਰਿਤਮਈ ਨਾਮ ਬੰਦੇ ਦੇ ਚਿੱਤ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ। ਗੁਰਬਾਣੀ ਦੇ ਜ਼ਰੀਏ ਨਾ ਜਾਣਿਆ ਜਾਣ ਵਾਲਾ ਸੁਆਮੀ ਜਾਣ ਲਿਆ ਜਾਂਦਾ। ਗੁਰਬਾਣੀ ਦੇ ਜ਼ਰੀਏ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ, ਗੁਰਬਾਣੀ ਨੂੰ ਵਿਚਾਰਾਂਗੇ, ਤਾਂ ਗੁਰਮੁਖ ਪਿਆਰਿਓ ਗੁਰਬਾਣੀ ਦੇ ਜ਼ਰੀਏ ਉਹ ਵਾਹਿਗੁਰੂ ਪਰਮੇਸ਼ਰ ਨੂੰ, ਸੁਆਮੀ ਨੂੰ ਜਾਣ ਲਿਆ ਜਾਂਦਾ ਹੈ। ਗੁਰਬਾਣੀ ਦੇ ਜ਼ਰੀਏ, ਗੁਰਬਾਣੀ ਦੇ ਜ਼ਰੀਏ ਜਾਣਿਆ ਸਕਦਾ, ਨਾ ਕਿ ਗੁਰਬਾਣੀ ਜ਼ਰੀਆ ਹੈ। ਗੁਰਬਾਣੀ ਜ਼ਰੀਆ ਨਹੀਂ, ਗੁਰਬਾਣੀ ਦੇ ਜ਼ਰੀਏ ਉਹ ਪਰਮੇਸ਼ਰ ਨੂੰ ਜਾਣਿਆ ਸਕਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਗੁਰਮੁਖ ਨਾਮ ਸੁਨੋ ਮੇਰੀ ਭੈਣਾ, ਇੱਕੋ ਰਬ ਰਹਿਆ ਕਟ ਅੰਤਰ, ਮੁਖ ਬੋਲੋ ਗੁਰ ਅੰਮ੍ਰਿਤ ਬੈਨਾ ਰਹਾਓ। ਗੁਰਾਂ ਦੇ ਜ਼ਰੀਏ ਰੱਬ ਦਾ ਨਾਮ ਸਰਵਣ ਕਰ। ਇਹ ਮੇਰਿਓ ਭੈਣੋ,
ਅਦੁੱਤੀ ਪ੍ਰਭੂ ਹਰ ਦਿਲ ਅੰਦਰ ਵਿਆਪਕ ਹੋ ਰਿਹਾ ਹੈ। ਆਪਣੇ ਮੂੰਹ ਨਾਲ ਤੁਸੀਂ ਸੁਦਾ ਸਰੂਪ ਗੁਰਬਾਣੀ ਦਾ ਉਚਾਰਨ ਕਰੋ, ਗੁਰਬਾਣੀ ਪੜੋ। ਜਿੰਨੀ ਗੁਰਬਾਣੀ ਪੜਾਂਗੇ, ਗੁਰਬਾਣੀ ਦੀ ਮਿਹਨਤ ਕਰਾਂਗੇ ਨਾ, ਉਨੀ ਪਰਮੇਸ਼ਰ ਦੇ ਨੇੜੇ ਲੱਗਦੇ ਜਾਵਾਂਗੇ। ਆਖੋ ਸਤਨਾਮ। ਜਿੰਨੀ ਗੁਰਬਾਣੀ ਪੜਾਂਗੇ ਉਨੀ ਹੀ ਵਾਹਿਗੁਰੂ ਪਰਮੇਸ਼ਰ ਦੇ ਨੇੜੇ ਲੱਗਦੇ ਜਾਵਾਂਗੇ। ਮਹਾਰਾਜ ਜੀ ਕਹਿੰਦੇ, ਮੈਂ ਮਨ ਤਨ ਪ੍ਰੇਮ ਮਹਾ ਬੈਰਾਗ, ਸਤਿਗੁਰ ਪੁਰਖ ਪਾਇਆ ਬੜ ਭਾਗ। ਮੇਰੀ ਆਤਮਾ ਤੇ ਸਰੀਰ ਅੰਦਰ ਪ੍ਰਭੂ ਦੀ ਪ੍ਰੀਤ ਅਤੇ ਪਰਮ ਉਦਾਸੀ ਹੈ। ਪਰਮ ਚੰਗੇ ਨਸੀਬਾਂ ਦੁਆਰਾ ਮੈਨੂੰ ਵਾਹਿਗੁਰੂ ਸਰੂਪ ਸੱਚੇ ਗੁਰੂ ਜੀ ਪ੍ਰਾਪਤ ਹੋਏ ਹਨ, ਵਾਹਿਗੁਰੂ ਦੀ ਕਿਰਪਾ ਦੁਆਰਾ। ਆਓ ਲਾਸਟ ਪੰਕਤੀਆਂ ਪੜ੍ਹੀਏ, ਫਿਰ ਕਰੀਏ ਸਮਾਪਤੀ ਭਾਈ। ਦੂਜੈ ਭਾਏ ਪਵਹਿ ਬਿਖ ਮਾਇਆ, ਭਾਗਹੀਨ ਨਹੀਂ ਸਤਿਗੁਰ ਪਾਇਆ। ਮਹਾਰਾਜ ਜੀ ਕਹਿੰਦੇ, ਦਵੈਤ ਭਾਵ ਦੇ ਕਾਰਨ ਆਦਮੀ ਦਾ ਮਨ ਜ਼ਹਿਰੀਲੀ ਦੌਲਤ ਮਗਰ ਭਟਕਦਾ ਹੈ। ਦਵੈਤ ਭਾਵ ਦੇ ਕਾਰਨ ਆਦਮੀ ਦਾ ਮਨ ਜ਼ਹਿਰੀਲੀ ਦੌਲਤ ਮਗਰ ਭਟਕਦਾ ਹੈ। ਬਦਕਿਸਮਤ ਬੰਦੇ ਸੱਚੇ ਗੁਰਾਂ ਨੂੰ ਨਹੀਂ ਮਿਲਦਾ। ਅੰਮ੍ਰਿਤ ਹਰ ਰਸ ਆਪ ਪਿਆਇਆ, ਗੁਰਪੂਰੈ ਨਾਨਕ ਹਰ ਪਾਇਆ। ਅੰਮ੍ਰਿਤ ਹਰ ਰਸ ਹਰ ਆਪ ਪਿਆਇਆ, ਗੁਰਪੂਰੈ ਨਾਨਕ ਹਰ ਪਾਇਆ। ਵਾਹਿਗੁਰੂ ਖੁਦ ਸੁਰਜੀਤ ਕਰਨ ਵਾਲਾ ਹੈ। ਈਸ਼ਵਰੀ ਆਪ ਹਯਾਤ ਸਿਖਾਉਂਦਾ ਹੈ। ਪੂਰਨ ਗੁਰਾਂ ਦੇ ਰਾਹੀ ਨਾਨਕ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ। ਪੂਰਨ ਗੁਰਾਂ ਦੇ ਰਾਹੀ ਉਹ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਆਓ ਇੰਨੇ ਕੁ ਵਿਚਾਰਾਂ ਕਰਿਓ ਪ੍ਰਵਾਨ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਇੱਕ ਨਹੀਂ ਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਵਾਸਤੇ ਸਿਰ ਤੇ ਮੇਰਾ ਪ੍ਰਹਿਤ ਰੱਖ ਕੇ ਸੁਧ ਸਪੱਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪਰਲੋਕ ਸਹਿਲੇ, ਨਾਨਕ ਪ੍ਰਭ ਹਰ ਪ੍ਰਭ ਆਪੇ ਮਿਲੇ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਜੀ ਆਇਆਂ ਸਤਿਗੁਰੂ ਮਹਾਰਾਜ ਜੀਓ, ਆਪ ਜੀਆਂ ਦਾ ਕੋਟਨ ਕੋਟ ਧੰਨਵਾਦ। ਤੁਸੀਂ ਸਾਨੂੰ ਨਿਮਾਣਿਆਂ ਨੂੰ, ਨਿਤਾਣਿਆਂ ਨੂੰ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਬਖਸ਼ਿਸ਼ ਕਰ ਦਿਓ। ਆਪ ਜੀਆਂ ਦਾ ਕੋਟਨ ਕੋਟ ਕੋਟ ਧੰਨਵਾਦ। ਆਓ ਸਾਰੇ ਰਲ ਮਿਲ ਕੇ ਗੁਰੂ ਚਰਨਾਂ 'ਚ ਕਰੀਏ ਅਰਦਾਸ।